ਜੀਉ। ਸਤਨਾਮ ਵਾਹਿਗੁਰੂ ਸਾਹਿਬ ਜੀਉ। ਹਮ ਅੰਧੁਲੇ ਅੰਧ ਬਿਖੈ ਬਿਖਰਾਤੇ, ਕਿਉ ਚਾਲਹਿ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵਹਿ ਆਪਨ ਪਾਲੀ। ਗੁਰ ਸਿੱਖ ਮੀਤ ਚਲਹੁ ਗੁਰ ਚਾਲੀ। ਜੋ ਗੁਰ ਕਹੈ ਸੋਈ ਭਲ ਮਾਨਹੁ, ਹਰ ਹਰ ਕਥਾ ਨਿਰਾਲੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕਹਿ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਛਨ ਉਪਜਾਇਓ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਛਨ ਉਪਜਾਇਓ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਦਾਤਾਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਧੰਤਾ ਯੋਗ ਹੋ, ਜੋ ਸਤਿਗੁਰਾਂ ਦੀ ਕਿਰਪਾ ਮਿਹਰਾਮਤ ਦਾ ਸਦਕਾ ਪਾਵਨ ਦਰਬਾਰ ਅੰਦਰ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਪਰ ਰਹੇ ਹੋ। ਬੜੇ ਹੀ ਪਿਆਰ ਨਾਲ ਗੁਰੂ ਸਵਾਰਿਆਂ ਪਾਸੋਂ ਆਪ ਜੀਆਂ ਨੇ ਸੋਦਰ ਰਹਿਰਾ ਸਾਹਿਬ ਬਾਣੀ ਦੇ ਪਾਠ ਅਤੇ ਗੁਰੂ ਸਵਾਰਿਆਂ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਨ ਕੀਤਾ ਹੈ। ਆਓ ਇਸ ਤੋਂ ਉਪਰੰਤ ਜੋ ਨਿਧਾਂ ਪ੍ਰਤੀ
ਗੁਰੂ ਅਸਥਾਨਾਂ ਦੀ ਮਰਿਆਦਾ ਮੁਤਾਬਕ ਸੰਧਿਆ ਵੇਲੇ ਜੋ ਨਿਤਨੇਮ ਬਾਣੀਆਂ ਦੇ ਵਿਚਾਰ ਆਪਾਂ ਕਰਦੇ ਆ ਰਹੇ ਹਾਂ, ਉਸੇ ਹੀ ਨਿਯਮ ਲੜੀ ਤਹਿਤ ਚੌਪਈ ਸਾਹਿਬ ਬਾਣੀ ਦੀ ਵਿਚਾਰ ਜੋ ਆਪ ਜੀ ਪਿਛਲੇ ਸਮੇਂ ਤੋਂ ਸਰਵਨ ਕਰਦੇ ਆ ਰਹੇ ਹੋ, ਉਸੇ ਲੜੀ ਤਹਿਤ ਪਾਵਨ ਪਦਾ ਅੱਜ ਚੌਪਈ ਸਾਹਿਬ ਦਾ 9ਵਾਂ ਆਪ ਜੀ ਨੇ ਸਰਵਨ ਕੀਤਾ ਹੈ। ਗੁਰੂ ਕਿਰਪਾ ਸਦਕਾ ਇਸ ਦੀ ਆਪਾਂ ਵਿਚਾਰ ਕਰਨੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਇਹ ਪਾਵਨ ਬਾਣੀ ਜੋ ਚਰਿਤ੍ਰੋ ਪਖਿਆਨ ਅੰਦਰ ਚਰਿੱਤਰ ਹਨ, ਅੰਤਿਮ ਚਰਿੱਤਰ ਦੇ ਵਿੱਚ ਇਹ ਅੰਤਿਮ ਬੇਨਤੀ ਰੂਪ ਵਿੱਚ ਬਾਣੀ ਹੈ, ਜਿੱਥੇ ਚਰਿੱਤਰਾਂ ਦੀ ਸਮਾਪਤੀ ਹੁੰਦੀ ਹੈ। 405 ਚਰਿੱਤਰ ਸਮਾਪਤ, ਮਸਤ ਸੁਭ ਮਸਤ। ਇਹ ਚਰਿੱਤਰਾਂ ਦੀ ਸਮਾਪਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦਾ ਉਚਾਰਨ ਕੀਤਾ। ਭਾਵਾਂ ਕਿ ਇਹਦੇ ਪਿੱਛੇ ਬਹੁਤ ਵੱਡੀ ਸਾਖੀ ਹੈ, ਪਰ ਉਹਦਾ ਭਾਵ ਸਿਰਫ ਇਤਨਾ ਹੀ ਹੈ ਕਿ ਜਦੋਂ ਬੰਦੇ ਦੀ ਆਪਣੀ ਤਾਕਤ ਹਾਰ ਜਾਏ, ਆਪਣਾ ਬਲ ਹਾਰ ਜਾਏ, ਭਾਵੇਂ ਉਹ ਸਰੀਰਿਕ ਬਲ ਹੋਵੇ, ਭਾਵੇਂ ਬੁੱਧੀ ਦਾ ਬਲ ਹੋਵੇ, ਜਦੋਂ ਮਨੁੱਖ ਦੀਆਂ ਸਾਰੀਆਂ ਸਹਾਇਤਾਵਾਂ ਢਹਿ ਢੇਰੀ ਹੋ ਜਾਣ ਤੇ ਉਦੋਂ ਫਿਰ ਉਹ ਨਿਰਬਲ ਹੋ ਕਰਕੇ, ਨਿਆਸਰਾ ਹੋ ਕਰਕੇ ਆਪਣੇ ਇਸ਼ਟ ਅੱਗੇ, ਆਪਣੇ ਪ੍ਰਭੂ ਅੱਗੇ, ਆਪਣੇ ਗੁਰੂ ਅੱਗੇ, ਆਪਣੇ ਮਾਲਕ ਅੱਗੇ ਅਰਦਾਸ ਕਰਦਾ ਹੈ ਤੇ ਗੁਰੂ ਫਿਰ ਉਹਦੀ ਬਹੁੜੀ ਕਰਦਾ, ਦੁੱਖਾਂ ਸੰਕਟਾਂ ਕਲੇਸ਼ਾਂ ਚੋਂ ਉਹਦੀ ਰੱਖਿਆ ਕਰਦਾ। ਇਹ ਚੌਪਈ ਸਾਹਿਬ ਦੀ ਬਾਣੀ ਦਾ ਮਹੱਤਵ ਹੀ ਹੈ ਕਿ ਜਦੋਂ ਮਨੁੱਖ ਕਿਸੇ ਮੁਸੀਬਤ ਵਿੱਚ, ਸੰਕਟ ਵਿੱਚ, ਦੁੱਖ ਵਿੱਚ, ਵਿਪਤਾ ਵਿੱਚ ਹੋਵੇ ਤਾਂ ਦਸਮ ਪਾਤਸ਼ਾਹ ਜੀ ਦੀ ਇਸ ਪਾਵਨ ਬਾਣੀ ਦਾ ਪਾਠ ਕਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰੇ ਤੇ ਗੁਰੂ ਆਪਣੇ ਸਿੱਖ ਦੀ ਰੱਖਿਆ ਜ਼ਰੂਰ ਕਰਦਾ ਹੈ। ਇਸ ਬਾਣੀ ਦਾ ਮਹੱਤਵ ਹੈ। ਆਓ ਗੁਰੂ ਕਿਰਪਾ ਸਦਕਾ ਆਪਾਂ ਹੁਣ ਇਸ ਪਦੇ ਦੀ ਵਿਚਾਰ ਕਰਨੀ ਹੈ। ਵਿਚਾਰਾਂ ਤੋਂ ਪਹਿਲਾਂ ਮਨ ਬਿਰਤੀਆਂ ਇਕਾਗਰ ਕਰੀਏ। ਪਿਆਰ ਸਹਿਤ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ, ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਵਨ ਕਾਲ ਸਭ ਜਗਤ ਬਨਾਇਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਜਵਨ ਦਾ ਭਾਵ ਹੈ ਜਿਸ, ਕਾਲ ਦਾ ਭਾਵ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ। ਜਦੋਂ ਆਪਾਂ ਕਾਲ ਦੇ ਅਰਥ ਵਾਚਦੇ ਹਾਂ ਤੇ ਵਿਦਵਾਨਾਂ ਨੇ ਕਾਲ ਦੇ ਬੇਅੰਤ ਅਰਥ ਕੀਤੇ। ਕਾਲ ਦਾ ਇੱਕ ਅਰਥ ਹੁੰਦਾ ਹੈ ਸਮਾਂ, ਕਾਲ ਦਾ ਇੱਕ ਅਰਥ ਹੈ ਮੌਤ, ਕਾਲ ਦਾ ਇੱਕ ਅਰਥ ਹੈ ਅਕਾਲ ਪੈ ਜਾਣਾ, ਦੁਕਾਲ ਜਿਹਨੂੰ ਕਹਿ ਦਿੰਦੇ ਹਾਂ ਅਸੀਂ। ਕਾਲ ਦਾ ਇੱਕ ਅਰਥ ਹੈ ਦੁਕਾਲ ਪੈ ਜਾਣਾ। ਕਾਲ ਦਾ ਇੱਕ ਅਰਥ ਹੈ ਕਾਲਾ। ਨਿੰਦਕ ਕੈ ਮੁਖ ਹੋਏ ਕਾਲ। ਗੁਰੂ ਕੀ ਬਾਣੀ ਦੇ ਅੰਦਰ ਭਾਵ ਸ਼ਾਹੀ ਦੇ ਅਰਥਾਂ ਵਿੱਚ, ਸ਼ਾਹ ਦੇ ਰੂਪ ਵਿੱਚ, ਸਿਆਹੀ ਕਾਲਖ ਦੇ ਰੂਪ ਵਿੱਚ ਵੀ ਕਾਲ ਦੇ ਅਰਥ ਲਏ ਗਏ। ਕਾਲ ਦਾ ਅਰਥ ਲੋਹਾ ਵੀ ਹੁੰਦਾ ਹੈ, ਕਾਲ ਦਾ ਅਰਥ ਛਨਿੱਛਰ ਵੀ ਹੁੰਦਾ ਹੈ, ਕਾਲ ਦਾ ਅਰਥ ਕੋਇਲ ਲਈ ਵੀ ਕਾਲ ਵਰਤਿਆ, ਸ਼ਿਵ ਲਈ ਵੀ ਕਾਲ ਸ਼ਬਦ ਵਰਤਿਆ। ਕਾਲ ਸ਼ਬਦ ਕਿਰਿਆ ਜਿਸ ਸਮੇਂ ਵਿੱਚ ਵਰਤਦੀ ਹੈ ਉਹ ਵੀ ਕਾਲ ਹੈ। ਬੀਤਿਆ ਕੱਲ ਵੀ ਕਾਲ ਹੈ, ਆਉਣ ਵਾਲਾ ਕੱਲ ਵੀ ਕਾਲ ਹੈ, ਇਹਨੂੰ ਵੀ ਕੱਲ ਕਿਹਾ ਜਾਂਦਾ। ਪਰੋ ਆਜ ਕਹਿ ਕਾਲ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕਹਿ ਕਾਲ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਉੱਥੇ ਕਾਲ ਸ਼ਬਦ ਆਉਣ ਵਾਲੇ ਕੱਲ ਦੇ ਅਰਥਾਂ ਵਿੱਚ ਲਿਆ ਹੈ ਕਿ ਜੋ ਪੈਦਾ ਹੋਇਆ ਹੈ ਉਹ ਆਉਣ ਵਾਲੇ ਕੱਲ ਵਿੱਚ ਨਾਸ ਵੀ ਹੋ ਜਾਏਗਾ। ਕਾਲ ਦੇ ਕਈ ਅਰਥ ਨੇ, ਪਰ ਇੱਥੇ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਾਲ ਦਾ ਅਰਥ ਲਿਆ ਨਾ, ਉਹ ਅਰਥ ਹੈ ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅਕਾਲ ਮੂਰਤ ਦੇ ਅਰਥ ਵਿੱਚ ਲਿਆ, ਓਅੰਕਾਰ ਦੇ ਰੂਪ ਵਿੱਚ ਲਿਆ। ਭਾਵ ਜਿਹੜਾ ਇੱਕ ਉਹ ਓਅੰਕਾਰ ਹੈ, ਅਕਾਲ ਮੂਰਤ ਹੈ, ਗੁਰੂ ਸਾਹਿਬ ਨੇ ਉਸ ਨੂੰ ਮਹਾਕਾਲ ਵੀ ਕਿਹਾ ਦਸਮ ਦੀ ਬਾਣੀ ਵਿੱਚ।
ਭਾਵ ਜਿਹੜਾ ਇੱਕ ਓੰਕਾਰ ਇੱਕ ਪਰਮਾਤਮਾ ਹੈ, ਉਸ ਪਰਿਪੂਰਨ ਪਰਮਾਤਮਾ ਨੇ ਹੀ ਇਸ ਸਾਰੇ ਜਗਤ ਨੂੰ, ਸਾਰੀ ਸ੍ਰਿਸ਼ਟੀ ਨੂੰ ਬਣਾਇਆ। ਕਈ ਕਈ ਪੈਦਾ ਕੀਤੇ, ਕਈ ਕਈ ਖਪਾ ਦਿੱਤੇ। ਜਵਨ ਕਾਲ ਜਿਸ ਪਰਮਾਤਮਾ ਨੇ, ਜਿਸ ਵਾਹਿਗੁਰੂ ਨੇ ਸਭ ਜਗਤ ਬਣਾਇਓ, ਇਹ ਸਾਰਾ ਜਗਤ ਬਣਾਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਆਪਾਂ ਆਪਣੀ ਵਿਚਾਰ ਦਾ ਆਧਾਰ ਰੱਖਦੇ ਹਾਂ, ਮੁੱਖ ਹੈ। ਪਰ ਜੇ ਆਪਾਂ ਅਨ ਮਤਾਂ ਦਾ ਵੀ ਅਧਿਐਨ ਕਰੀਏ ਨਾ, ਸਾਰੇ ਮਤਾਂ ਮਤਾਂਤਰਾਂ ਤੋਂ ਪੁੱਛੀਏ, ਤਾਂ ਉਹ ਸਾਰੇ ਵੀ ਇੱਕ ਗੱਲ ਹਮ ਜ਼ੁਬਾਨ ਹੋ ਕਰਕੇ ਆਖਦੇ ਨੇ ਕਿ ਇਹ ਸ੍ਰਿਸ਼ਟੀ ਜਿਹੜੀ ਹੈ ਨਾ, ਉਸ ਪਰਮਾਤਮਾ, ਉਸ ਵਾਹਿਗੁਰੂ ਦੇ ਸ਼ਬਦ ਨਾਲ, ਨਾਦ ਨਾਲ ਹੀ ਬਣੀ ਹੈ। ਇਸਲਾਮ ਧਰਮ ਨੂੰ ਜਦੋਂ ਪੁੱਛੀਏ, ਉਹਨਾਂ ਦਾ ਯਕੀਨ ਹੈ, ਉਹਨਾਂ ਦਾ ਅਕੀਦਾ ਹੈ ਕਿ ਉਸ ਰੱਬ ਨੇ, ਉਸ ਅੱਲਾ ਨੇ, ਉਸ ਖੁਦਾ ਨੇ ਜਦੋਂ ਕੁਨ ਕਿਹਾ, ਨਾਦ ਹੋਇਆ, ਆਵਾਜ਼ ਹੋਈ, ਤਾਂ ਇਸ ਸ੍ਰਿਸ਼ਟੀ ਦੀ ਪੈਦਾਇਸ਼ ਹੋ ਗਈ। ਸੰਸਾਰ ਜਗਤ ਦੇ ਅੰਦਰ ਸਨਾਤਨ ਧਰਮ ਹੈ, ਬਹੁਤ ਪੁਰਾਣਾ ਧਰਮ, ਉਹ ਵੀ ਇਸ ਗੱਲ ਦਾ ਹਮਾਇਤ ਕਰਦਾ ਹੈ, ਇਸ ਗੱਲ ਦੀ ਹਮਾਇਤ ਕਰਦਾ ਹੈ ਕਿ ਜਦੋਂ ਓਮ ਸ਼ਬਦ ਦਾ ਉਜਾਗਰ ਹੋਇਆ, ਉਚਾਰਨ ਹੋਇਆ, ਓਮ ਸ਼ਬਦ ਦੇ ਨਾਲ ਤਿੰਨ ਸ਼ਕਤੀਆਂ ਪੈਦਾ ਹੋਈਆਂ। ਇੱਕ ਜਨਮ ਦੇਣ ਵਾਲੀ, ਕ੍ਰੀਏਟ ਕਰਨ ਵਾਲੀ, ਇੱਕ ਪਾਲਣ ਵਾਲੀ ਤੇ ਇੱਕ ਨਾਸ਼ ਕਰਨ ਵਾਲੀ। ਇਹ ਤਿੰਨ ਸ਼ਕਤੀਆਂ ਤੋਂ ਫਿਰ ਅੱਗੇ ਸੰਸਾਰ ਪੈਦਾ ਹੋਇਆ। ਤੇ ਗੁਰਮਤ ਤਾਂ ਬਿਲਕੁਲ ਹੀ ਸਪਸ਼ਟ ਹੈ ਇਸ ਵਿਚਾਰਧਾਰਾ ਤੇ ਕਿ ਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੇ ਹੀ ਇਹ ਸਾਰੀ ਸ੍ਰਿਸ਼ਟੀ ਬਣਾਈ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਸ਼ਬਦ ਆਪਾਂ ਦੱਖਣੀ ਓਂਕਾਰ ਵਿੱਚ ਸ਼ੁਰੂ ਤੋਂ ਪੜ੍ਹਦੇ ਹਾਂ ਬਾਣੀ ਦੇ ਵਿੱਚ, ਓੰਕਾਰ ਬ੍ਰਹਮਾ ਉਤਪਤ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਵੇਂ ਦੁਨੀਆ ਮੰਨਦੀ ਹੈ ਕਿ ਬ੍ਰਹਮਾ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ, ਪਰ ਗੁਰੂ ਸਾਹਿਬ ਕਹਿੰਦੇ ਵੀ ਵਿਚਾਰਨ ਵਾਲੀ ਗੱਲ ਹੈ, ਉਹਨੂੰ ਕਿੰਨੇ ਪੈਦਾ ਕੀਤਾ। ਓੰਕਾਰ ਬ੍ਰਹਮਾ ਉਤਪਤ, ਉਸ ਬ੍ਰਹਮਾ ਨੂੰ ਉਸ ਵਾਹਿਗੁਰੂ ਪਰਮਾਤਮਾ ਨੇ ਪੈਦਾ ਕੀਤਾ। ਹੋਰ ਹੈਰਾਨੀ ਦੀ ਗੱਲ, ਇੱਕ ਬ੍ਰਹਮਾ ਨਹੀਂ, ਕੇਤੇ ਬ੍ਰਹਮੇ ਸ੍ਰਿਸ਼ਟੀ ਸਾਜਣ ਲਾਏ। ਗੁਰੂ ਸਾਹਿਬ ਕਹਿੰਦੇ ਬੜੇ ਬੜੇ ਕਰੋੜਾਂ ਬ੍ਰਹਮਾ ਜਿਹੜੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਨੂੰ ਬਣਾਉਣ ਤੇ ਲਾਏ ਹੋਏ ਨੇ। ਭਾਵ ਇਹ ਹੈ, ਇਹਦਾ ਮਹੱਤਵ ਭਾਵ ਅਰਥ ਇਹ ਹੈ ਵੀ ਉਹ ਪਰਮਾਤਮਾ ਹੀ, ਉਸ ਪਰਮੇਸ਼ਵਰ ਨੇ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ। ਓੰਕਾਰ ਵੇਦ ਨਿਰਮਏ, ਓੰਕਾਰ ਸੈਲ ਜੁਗ ਪਏ। ਕਹਿੰਦੇ ਭਾਵੇਂ ਵੇਦ ਪੈਦਾ ਹੋਏ, ਭਾਵੇਂ ਜੁਗ ਪੈਦਾ ਹੋਏ, ਭਾਵੇਂ ਵੇਦ ਪੈਦਾ, ਗਿਆਨ ਪੈਦਾ ਹੋਇਆ, ਇਸ ਸਾਰਿਆਂ ਦੇ ਪਿੱਛੇ ਕੌਣ ਹੈ? ਓੰਕਾਰ, ਇੱਕ ਪਰਮਾਤਮਾ। ਕਿਉਂਕਿ ਓੰਕਾਰ ਦਾ ਅਰਥ ਹੀ ਹੈ ਓੰਕਾਰ, ਜਿਹੜਾ ਪੈਦਾ ਕਰਨ ਵਾਲਾ ਹੈ, ਜਨਮ ਦੇਣ ਵਾਲਾ ਹੈ, ਪ੍ਰਤਪਾਲਨਾ ਕਰਨ ਵਾਲਾ ਹੈ ਤੇ ਸੰਘਾਰ ਕਰਨ ਵਾਲਾ ਹੈ। ਤਿੰਨੇ ਸ਼ਕਤੀਆਂ ਜਿਹਦੇ ਵਿੱਚ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਤਾਂ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਬਿਲਕੁਲ ਇਸ ਗੱਲ ਨੂੰ ਸਪਸ਼ਟ ਹੀ ਕਰ ਦਿੱਤਾ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਕਹਿੰਦੇ ਫੁਰਮਾਨ ਕਿਹਦਾ? ਜਿਹਦਾ ਹੁਕਮ ਹੈ ਉਹਦਾ ਹੀ ਮੰਨਿਆ ਜਾਏਗਾ ਸਾਰਾ ਕੁਝ। ਵੀ ਹੁਕਮ ਜਿਹੜਾ ਕਰ ਰਿਹਾ, ਹੁਕਮ ਮੰਨਣ ਵਾਲਾ ਤਾਂ ਕਿਰਤ ਹੈ, ਆਪ ਖੁਦ ਕਿਰਤ ਹੈ, ਉਹ ਤਾਂ ਸੇਵਕ ਹੈ। ਬਣਾਉਣ ਵਾਲਾ ਕਰਤਾ ਕੌਣ ਹੈ? ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹਿ ਕੋਈ, ਨਾਹਿਨ ਕੋਈ, ਕੋਈ ਦੂਸਰਾ ਹੋਰ ਨਹੀਂ। ਉਹ ਪਰਿਪੂਰਨ ਪਰਮਾਤਮਾ ਆਪ ਹੈ। ਤੇ ਉਸ ਦੀ ਕਿਰਤ ਨੇ, ਵਿਦਵਾਨਾਂ ਨੇ, ਜੀਵਾਂ ਨੇ ਬੜਾ ਬੜਾ ਯਤਨ ਕੀਤਾ ਵੀ ਪਤਾ ਲੱਗ ਜੇ ਸ੍ਰਿਸ਼ਟੀ ਕਿਵੇਂ ਬਣੀ ਹੈ, ਇਹ ਜਗਤ ਕਿੰਨੇ ਬਣਾਇਆ ਹੈ। ਅਜੇ ਤਾਂ ਲੋਕ ਇਸ ਗੱਲ ਦੇ ਵਿੱਚ ਹੀ ਇੱਕ ਬੁੱਧੀ ਤੇ ਜਾਂ ਇੱਕ ਮੈਥਡ ਤੇ ਜਾਂ ਇੱਕ ਵਿਚਾਰ ਤੇ ਨਹੀਂ। ਧਾਰਮਿਕ ਜਗਤ ਦੇ ਲੋਕ ਤਾਂ ਇਹ ਮੰਨਦੇ ਨੇ ਵੀ ਪਰਮੇਸ਼ਵਰ ਨੇ ਸ੍ਰਿਸ਼ਟੀ ਬਣਾਈ। ਸਭ ਦੇ ਪਰਮੇਸ਼ਵਰ ਦੇ ਨਾਮ ਅਲੱਗ ਨੇ। ਕੋਈ ਕਹਿੰਦਾ ਅਸੀਂ ਕਵਾਂਗੇ ਵਾਹਿਗੁਰੂ ਨੇ ਆਪ ਸ੍ਰਿਸ਼ਟੀ ਬਣਾਈ ਹੈ, ਕਿਉਂਕਿ ਬਾਣੀ ਕਹਿੰਦੀ ਹੈ ਕਿ ਉਸ ਪਰਮਾਤਮਾ ਨੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਅਸੀਂ ਬਚਨ ਆਸਾ ਕੀ ਵਾਰ ਦੇ ਅੰਦਰ ਉਹ ਪੌੜੀ ਪੜ੍ਹਦੇ ਹਾਂ, ਜਿਹਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਬਚਨ ਕਰਦੇ ਨੇ, ਦੂਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਉ, ਦਾਤਾ ਕਰਤਾ ਏਕ ਤੂੰ ਤੁਸ ਦੇਵੈ ਕਰੈ ਪਸਾਉ।
कि हे वाहिगुरू तू ये सृष्टि साजी है, तू ये अपने खंड ब्रह्मंड साजे ने, तेरे ही भाने विच तेरे ही भाव विच चलते पे ने। धर्म यही मनदा, कोई आंदा वाहिगुरू ने बनाई है, कोई आंदा खुदा ने बनाई है, कोई आंदा गॉड ने बनाई है, कोई किसे नाम नाल पुकारदा। पर एक ज्ञान दे राह ते तुरन वाली परपाटी है, पद्धति है, वो किसे होर ढंग नाल मनदी है भी शक्तियां पिंड आपस विच टकराए, उन्हां पिंडां दे विचों, पिंड दा अर्थ है टुकड़े धरती दे ब्रह्मंड दे, उन्हां पिंडां दे विचों पहिलां गैस दे गोले बने, फिर पानी बनिया, फिर जीव बने, रुख बिरख बने ते मनुख बनिया। वो इस तरह मनते ने। गुरु साहब सच्चे पातशाह जी, तुसीं हैरान होवोगे कि गुरु ग्रंथ साहब महाराज जी की बाणी ने किसी भी विचारधारा नूं छेती किते नकारिया नहीं। उन्हां सारियां गल्लां नूं स्वीकार कीता है, पर इस आधार ते जे ये गल एक दे उत्ते आकर के मुक जाए, जे सारे मन लैण भी भावें जो मर्जी पद्धति ते तुर पवो, पर अखीर तुहानूं आउणा उस अदृश दे उपर ही पेगा, उस अकाल दे उपर ही आउणा पेगा। गुरु साहब सच्चे पातशाह जी ने बचन कीते ने। दतार पिता महाराज जी की असीं बाणी पढ़ते हैं, जिहदे विच सतगुरु जी कहते कि कई जुगां तक अरबद नरबद धुंदू कारा, धरन ना गगन ना हुक्म अपारा, ना दिन रैन चंद ना सूरज, सुन समाध लगाए। सतगुरु जी मनदे इस गल नूं, गुरु साहब सच्चे भी सुन अवस्था विच सारे पासे धुआं ही धुआं सी, सारे पासे गुबार सी। फिर हरकत आई, पानी बनिया, पहला पानी जियो है जित हरिया सब कोई। पानी की गल गुरु साहब सच्चे पातशाह जी ने की। फिर लोग सियाणे मनते ने कि पर्वत बने, पंछी बने, रिंगण वाले जीव बने। तो गुरु साहब सच्चे पातशाह जी ने सारियां दा ही उदाहरण दे करके समझाया है कि कई जन्म भय कीट पतंगा, कई जन्म गज मीन कुरंगा, कई जन्म पंखी सर्प होयो, कई जन्म हैवर बृख जोयो। कौन चल रहा है इन्हां सारियां दे विच? वो करते दी सत्या ही चल रही। भावें वो सुन विच है, भावें वो अफुर अवस्था विच है, ते भावें फुर अवस्था विच है, पर है कौन? वो करता है। वेदांत ने इनू 3 सूत्रां विच रखिया, ब्रह्म, ईश्वर ते जीव। ब्रह्म जेड़ा जिहदे विच कोई संकल्प नहीं, कोई फुर अवस्था नहीं, कोई विचार नहीं, निरोल ब्रह्म है जो जिहदे विच किसी तरह की कोई हलचल नहीं, जेड़ा अकाल है, अहल है, निहचल है, उन्होंने ब्रह्म कहा गया, उन्होंने महाकाल कहा गया। उस तो बाद ईश्वर बनया। ईश्वर का अर्थ है जितने भी अवतार, जितने भी देवी देवते, ये ईश्वर की कैटागरी में आ जाते हैं। भाव जिथे सतोगुण की प्रधानता है, पर उत्थे माया का नाल विच वस है। ईश्वर माया नाल व्याया गया। एका माई जुगत व्याई, फिर 3 चेले प्रवान, फिर अगे सृष्टि की पैदाइश हुई, फिर अगे जीव बने। सो भाव यही है, मोटा जा अर्थ ही है भी वो अकाल पुरख वाहिगुरू ही पिछे है, उसने ही सारे जीव जगत संसार बनाया है। भांत भांत दे जीव जो ने, भांत भांत की सृष्टि जो है, तो केवल साडी धरती नहीं। जो जगत की गल आएगी ना, गुरबाणी के संदर्भ में जगत अर्थ है जिन्ना भी ब्रह्मंड है, जो सानू ना पूरा दिस रहा है, ना साडी सोच विच है, ना साडे विधान विच है, साडे तो वो बहुत अगे है, असीं किन्ना कु वेख सकदे। इस अखां दी सीमा है, कन्नां दी सीमा है, जुबान दी सीमा है, शरीर दी सीमा है, किन्ना कु जा सकदा है। जितना मर्जी ओहदी कुदरत दा अंत नहीं कोई पा सकदा। गुरु नानक देव सच्चे पातशाह जी ने तो इतों तक वचन कीते ने, जे कोई चाहे कि मैं सारे ब्रह्मंडा खंडा नूं उस करते दा अंत पाना है। ते गुरु साहब सच्चे पातशाह जी श्री राग विच एक बड़ा प्यारा वचन सतगुरु जी कहंदे ने, कोट कोटी मेरी यार जा, पवन पीन अप्याओ, चंद सूरज दोए गुफै न देखा, सुपनै सौन न थाऊं, भी तेरी कीमत ना पवै, हों केवड आखा ना। पंखी होए कै जे भवां, सह असमानी जाऊं, नदरी किसै न आऊं, ना किछ पीओ ना खाऊं, भी तेरी कीमत ना पवै, हों केवड आखा ना। गुरु साहब कहते भी मनुख की समर्था ही नहीं, वो हज़ारां साल की उम्र लै करके, हज़ारां वरे उस परमात्मा की खोज विच
ਉਹਦਾ ਅੰਤ ਪਾਉਣ ਦਾ। ਖੋਜ ਵੀ ਦੋ ਤਰ੍ਹਾਂ ਦੀ ਹੈ ਨਾ, ਇੱਕ ਹੈ ਆਪਣਾ ਆਪ ਉਧਾਲ ਦੇਣਾ। ਉਹ ਖੋਜ ਜਿਹੜੀ ਹੈ ਭਗਤਾਂ ਨੇ ਕੀਤੀ, ਉਹਨਾਂ ਨੂੰ ਸਾਰਾ ਕੁਝ ਮਿਲ ਜਾਂਦਾ। ਜਦੋਂ ਬੰਦਾ ਆਪਣਾ ਆਪਾ ਮਿਟਾ ਦਿੰਦਾ ਹੈ ਫਿਰ ਉਹਦਾ ਰੂਪ ਹੀ ਬਣ ਜਾਂਦਾ। ਪਰ ਜਿੱਥੇ ਬੰਦਾ ਆਪਣਾ ਨਾਮ ਮਿਟਾ ਕੇ ਉਹਨੂੰ ਖੋਜਣਾ ਚਾਹੇ ਵੀ ਮੈਂ ਲੱਭਣਾ, ਤੇ ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਕਰਦੇ ਕਰਦੇ ਤਾਂ ਕਈ ਖੱਪ ਗਏ, ਕਈ ਮਿਟ ਗਏ, ਪਰ ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਕਿਉਂਕਿ ਉਹਨੇ ਸਾਰੇ ਜਗਤ ਨੂੰ ਬਣਾਇਆ ਹੈ। ਪਿਤਾ ਕਾ ਜਨਮ ਕੇ ਜਾਣੈ ਪੂਤ, ਉਹ ਸਾਡਾ ਪਿਤਾ ਹੈ, ਪਰਮੇਸ਼ਵਰ ਹੈ, ਦਾਤਾ ਹੈ, ਸਾਡਾ ਜਨਕ ਹੈ, ਤੇ ਆਪਣੇ ਜਨਕ ਨੂੰ ਕੋਈ ਕਿੰਨਾ ਕੁ ਪਛਾਣ ਸਕਦਾ ਹੈ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਵਨ ਕਾਲ, ਜਿਸ ਕਾਲ ਨੇ, ਇੱਥੇ ਕਾਲ ਦਾ ਅਰਥ ਹੈ ਮਹਾਕਾਲ, ਪਰਮਾਤਮਾ ਪਰਮੇਸ਼ਵਰ ਦੇ ਰੂਪਾਂ ਵਿੱਚ ਲਿਆ ਗਿਆ ਕਾਲ। ਜਵਨ ਕਾਲ ਸਭ ਲੋਕ ਜਵਨ ਕਾਲ ਸਭ ਜਗਤ ਬਣਾਇਓ, ਉਸ ਪਰਮਾਤਮਾ ਨੇ ਹੀ ਸਾਰਾ ਜਗਤ ਬਣਾਇਆ। ਤੇ ਜਗਤ ਵਿੱਚ ਕੌਣ ਆਉਂਦਾ ਹੈ? ਕੱਲੇ ਅਸੀਂ ਨਹੀਂ ਵੀ ਮਨੁੱਖ ਸੋਚੇ ਵੀ ਮੈਂ ਇਕੱਲਾ ਹੀ ਆਉਣਾ। ਦੇਵ ਦੈਂਤ ਜਛਨ ਉਪਜਾਇਓ। ਗੁਰੂ ਸਾਹਿਬ ਕਹਿੰਦੇ ਕੀ ਦੇਵਤੇ, ਉਹਨਾਂ ਦਾ ਵੀ ਆਪਣਾ ਲੋਕ ਹੈ, ਦੇਵ ਲੋਕ, ਸੁਰ ਲੋਕ, ਅਸੁਰ ਲੋਕ। ਕਹਿੰਦੇ ਦੇਵ ਦੇਵਤੇ ਬਣਾਏ, ਦੇਵਤੇ ਥਾਪੇ, ਦੈਂਤ ਅਸੁਰ ਛਾਪੇ, ਰਾਖਸ਼ ਥਾਪੇ। ਦੱਛਣ, ਦੱਛਣ ਦਾ ਅਰਥ ਹੈ ਇਹ ਵੀ ਇੱਕ ਦੇਵਤਿਆਂ ਦੀ ਕਿਸਮ ਹੀ ਕਹਿ ਲਈਏ। ਕੁਬੇਰ ਦੇ ਰਹਿਣ ਵਾਲੇ, ਕੁਬੇਰ ਦੇ ਸੰਗੀ ਨੇ, ਕੁਬੇਰ ਦੇਵਤੇ ਦੇ ਸੇਵਕ ਨੇ ਦੇਵਤਿਆਂ ਦੇ, ਇਹਨਾਂ ਨੂੰ ਦੱਛਣ ਕਿਹਾ ਜਾਂਦਾ, ਯਕਸ਼ ਵੀ ਕਿਹਾ ਜਾਂਦਾ। ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਸਾਰਾ ਜਗਤ ਉਸ ਪਰਮਾਤਮਾ ਨੇ ਬਣਾਇਆ, ਕੀ ਦੇਵਤੇ ਕੀ ਦੈਂਤ। ਦਸਮ ਦੀ ਬਾਣੀ ਵਿੱਚ ਸਤਿਗੁਰਾਂ ਨੇ ਦੇਵਤੇ ਤੇ ਅਦੇਵਤੇ ਦੀ ਪਰਿਭਾਸ਼ਾ ਵੀ ਦੱਸੀ ਹੈ ਕਿ ਜਿਹੜਾ ਤੇ ਸ਼ੁਭ ਕਰਮ ਪਿਆ ਕਰਦਾ, ਜਿਹਨੇ ਸ਼ੁਭ ਕਰਮ ਕੀਤੇ ਸਮਝੋ ਉਹ ਦੇਵਤਾ ਹੈ। ਅਸ਼ੁਭ ਕਰਮ ਕਰਨ ਵਾਲਾ, ਮਾੜੇ ਕਰਮ ਕਰਨ ਵਾਲਾ, ਬੁਰੀ ਬਿਰਤੀ ਵਾਲਾ, ਉਹ ਅਸੁਰ ਹੈ। ਬਿਰਤੀਆਂ ਦੇ ਨਾਮ ਵੀ ਦੇਵਤੇ ਨੇ। ਜਿਸ ਬੰਦੇ ਦੀ ਬਿਰਤੀ ਚੰਗੀ ਹੈ, ਜਿਹਦਾ ਜੀਵਨ ਚੰਗਾ ਹੈ, ਜਿਹਦੇ ਕਰਮ ਚੰਗੇ ਨੇ, ਉਹ ਦੇਵ ਹੈ। ਤੇ ਜਿਹਦੀ ਬਿਰਤੀ ਮਾੜੀ ਹੈ, ਸੋਚ ਮਾੜੀ ਹੈ, ਵਿਕਾਰ ਨੇ, ਬੁਰਾਈਆਂ ਨੇ, ਉਹ ਅਦੇਵ ਹੈ, ਉਹ ਰਾਖਸ਼ ਹੈ, ਉਹ ਅਸੁਰ ਲਿਖਿਆ। ਗੁਰੂ ਸਾਹਿਬ ਜੀ ਨੇ ਦਸਮ ਵਿੱਚ ਇਹ ਬਚਨ ਕੀਤੇ ਨੇ ਵੀ ਸ਼ੁਭ ਕਰਮਾਂ ਦੀ ਜਿਹਦੀ ਬਿਰਤੀ ਹੈ ਉਹ ਦੇਵਤਾ ਹੈ, ਤੇ ਅਸ਼ੁਭ ਕਰਮਾਂ ਦੀ ਜਿਹਦੀ ਬਿਰਤੀ ਹੈ ਉਹ ਅਸੁਰ ਹੈ। ਸੋ ਦੇਵੀ ਦੇਵਤੇ, ਔਲੀਏ, ਅੰਬਰੀਏ ਸਾਰੇ ਜਿਹੜੇ ਨੇ ਉਸ ਪਰਮਾਤਮਾ ਪਰਮੇਸ਼ਵਰ ਨੇ ਆਪ ਬਣਾਏ ਨੇ, ਬਣਾ ਕੇ ਫਿਰ ਖਪਾ ਵੀ ਦਿੱਤੇ ਨੇ। ਕਿਉਂਕਿ ਕਾਲ ਦੇ ਅਧੀਨ ਜੋ ਹੈ, ਸਾਰੀ ਸ੍ਰਿਸ਼ਟੀ ਕਾਲ ਦੇ ਅਧੀਨ ਹੈ, ਤੇ ਕਾਲ ਬਣਾ ਕੇ ਉਹਨੂੰ ਆਪ ਹੀ ਮਿਟਾ ਦਿੰਦਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਸਮ ਵਿੱਚ ਇੱਕ ਥਾਂ ਤੇ ਬਚਨ ਕੀਤੇ, ਜਿਤੇ ਔਲੀਆ ਅੰਬੀਆ ਹੋਏ ਬੀਤੇ, ਕਿਤਿਓ ਕਾਲ ਜੀਤਾ ਨਾ ਤੇ ਕਾਲ ਜੀਤੇ। ਔਲੀਆ ਅੰਬੀਆ, ਔਲੀਆ ਵਲੀ ਲੋਕਾਂ ਨੂੰ ਬਹੁਵਚਨ ਹੈ, ਅਰਬੀ ਦਾ ਸ਼ਬਦ ਹੈ। ਵਲੀ ਦਾ ਬਹੁਵਚਨ ਹੁੰਦਾ ਔਲੀਆ, ਅੰਬੀਆ ਨਬੀ ਦਾ, ਕਿਉਂਕਿ ਇਸਲਾਮ ਧਰਮ ਵਿੱਚ ਔਲੀਏ ਨਬੀ ਪੈਗੰਬਰ ਮੰਨੇ ਗਏ, ਰਸੂਲ ਮੰਨਿਆ ਗਿਆ। ਤੇ ਗੁਰੂ ਸਾਹਿਬ ਨੇ ਪਹਿਲਾਂ ਇਸਲਾਮ ਦੀ ਗੱਲ ਕੀਤੀ। ਜੇ ਔਲੀਆ ਅੰਬੀਆ ਕਹਿੰਦੇ ਜਿੰਨੇ ਵੀ ਹੋਏ ਸਾਰੇ ਕਾਲ ਦੇ ਅਧੀਨ ਹੋਏ, ਕਾਲ ਸਾਰਿਆਂ ਨੂੰ ਖਾ ਗਿਆ, ਪਰ ਕਾਲ ਨੂੰ ਕੋਈ ਜਿੱਤ ਨਹੀਂ ਸਕਿਆ। ਜਿੱਤੇ ਰਾਮ ਸੇ ਕ੍ਰਿਸ਼ਨ ਹੋਏ ਵਿਸ਼ਨ ਆਏ, ਵਿਸ਼ਨ ਦੇ ਰੂਪ ਅਵਤਾਰ ਸਨ ਨਾ ਰਾਮ ਜੀ, ਕ੍ਰਿਸ਼ਨ ਜੀ। ਕਹਿੰਦੇ ਜਿੰਨੇ ਵੀ ਵਿਸ਼ਨੂੰ ਦੇ ਅਵਤਾਰ ਆਏ, ਤਿਤਿਓ ਕਾਲ ਖਾਪਿਓ ਨਾ ਤਾਂ ਤੇ ਕਾਲ ਘਾਏ। ਉਹਨਾਂ ਸਾਰਿਆਂ ਨੂੰ ਵੀ ਕਾਲ ਖਪਾ ਗਿਆ, ਸਮਾਂ ਪਾ ਕੇ ਸਾਰੇ ਆਪੋ ਆਪਣੀ ਔਧ ਪੁਗਾ ਕੇ, ਆਪੋ ਆਪਣਾ ਸਮਾਂ ਪੁਗਾ ਕੇ ਉਹ ਵੀ ਚਲੇ ਗਏ। एक शिव पए एक गए एक फेर पए, रामचंद्र कृष्ण के अवतार भी अनेक हैं। कहते कई वारी बनाए कई वारी थापे। महाकाल पहला लय करता है, प्रलय कर देंदा, बाद विच बना के आप ही खपा देंदा। जवन काल सब जगत बनायो, देव दैंत जच्छन उपजाए। उन्हें ही देवते पैदा किते, उन्हें ही दैंत पैदा किते, उन्हें ही दच्छन पैदा किते। ਜਦੋਂ ਅਸੀਂ ਦਸਮ ਦੀ ਬਾਣੀ ਪੜ੍ਹਦੇ ਹਾਂ ਨਾ, ਕਮਾਲ ਦੀ ਬਾਣੀ, ਜਦੋਂ ਬਚਿੱਤਰ ਨਾਟਕ ਅਕਾਲ ਉਸਤਤ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਬਾਣੀਆਂ ਦੇ ਵਿੱਚ ਸ੍ਰਿਸ਼ਟੀ ਦੀ ਪੈਦਾਇਸ਼ ਦੀ ਗੱਲ ਕੀਤੀ ਹੈ। ਬਚਿੱਤਰ ਨਾਟਕ ਦੇ ਅੰਦਰ ਆਪਣੀ ਜੀਵਨ ਕਥਾ ਲਿਖੀ ਹੈ, ਪਰ ਉਸ ਤੋਂ ਪਹਿਲਾਂ ਸ੍ਰਿਸ਼ਟੀ ਦੀ ਪੈਦਾਇਸ਼ ਦੀ ਗੱਲ ਲਿਖੀ ਹੈ ਵੀ ਕਿਵੇਂ ਅਕਾਲ ਮਹਾਕਾਲ ਨੇ ਦੇਵਤੇ ਬਣਾਏ, ਉਹਨਾਂ ਨੇ ਆਪਣਾ ਨਾਮ ਜਪਾਇਆ, ਆਪਣੀ ਪ੍ਰਭੁਤਾ ਕਾਇਮ ਕਰ ਲਈ। ਫਿਰ ਅਦੇਵ ਬਣਾਏ, असुर बनाए, वो भी अपनी प्रभुता ते चले गए। फिर कई अवतार पैगंबर अंबिए औलिए भेजे, वो भी आपो अपने
ਪੰਥ ਚਲਾਉਣ ਲੱਗ ਗਏ, ਆਪੋ ਆਪਣਾ ਉਹਨਾਂ ਨੇ ਰਾਹ ਤੋਰ ਲਿਆ। ਅੰਤ ਫਿਰ ਅਕਾਲ ਪੁਰਖ ਵਾਹਿਗੁਰੂ ਆਪ ਅਵਤਾਰ ਲੈ ਕੇ ਪੂਰਨ ਕਲਾ ਲੈ ਕਰਕੇ ਆਇਆ। ਭਾਵ ਇਹ ਹੈ ਕਿ ਉਸ ਪਰਮਾਤਮਾ ਨੇ ਸਾਰਿਆਂ ਨੂੰ ਬਣਾਇਆ, ਖੇਡ ਉਸ ਮਾਲਕ ਦੀ ਹੈ। ਜਦੋਂ ਉਹ ਬ੍ਰਹਮ ਤੋਂ ਈਸ਼ਵਰ ਰੂਪ ਹੋ ਜਾਂਦਾ ਹੈ ਤੇ ਉਹਦੇ ਵਿੱਚ ਸੰਕਲਪ ਪੈਦਾ ਹੁੰਦਾ। ਪਰਮਾਤਮਾ ਨੂੰ ਬਣਾਉਣ ਦੇ ਲਈ ਕੋਈ ਸਾਡੇ ਵਾਂਗੂ ਹੱਥਾਂ ਪੈਰਾਂ ਦੀ ਲੋੜ ਨਹੀਂ। ਕੋਈ ਆਖੇ ਵੀ ਪਰਮਾਤਮਾ ਕਿਵੇਂ ਬਣਾਉਂਦਾ, ਜਦੋਂ ਆਪ ਹੀ ਜੂਨ ਵਿੱਚ ਨਹੀਂ, ਆਪ ਹੀ ਸਰੀਰ ਵਿੱਚ ਨਹੀਂ। ਉਹ ਏਡੀ ਵੱਡੀ ਸ਼ਕਤੀ ਦਾ ਮਾਲਕ ਹੈ ਵੀ ਸਿਰਫ ਸੰਕਲਪ ਫੁਰਨੇ ਮਾਤਰ ਦੇ ਨਾਲ ਜਦੋਂ ਈਸ਼ਵਰ ਰੂਪ ਵਿੱਚ ਉਹ ਆ ਜਾਂਦਾ ਹੈ। ਦੇਖੋ ਸੰਸਾਰ ਜਗਤ ਵਿੱਚ ਵੀ ਇਹ ਸੱਤ ਹੈ, ਜਿਸ ਮਨੁੱਖ ਦੇ ਕੋਲ ਇਕਾਗਰਤਾ ਦੀ ਸ਼ਕਤੀ ਹੋਵੇ ਨਾ, ਇਕਾਗਰ ਜਿਹਦਾ ਮਨ ਬੜਾ ਵੱਡਾ ਇਕਾਗਰ ਹੋਵੇ, ਉਹ ਆਪਣੀ ਇਕਾਗਰ ਸ਼ਕਤੀ ਦੇ ਨਾਲ ਕੋਈ ਫੁਰਨਾ ਕਰ ਲੈ, ਉਹਦਾ ਫੁਰਨਾ ਪੂਰਾ ਹੋ ਜਾਂਦਾ ਹੈ, ਉਹਦੇ ਸੰਕਲਪ ਪੂਰੇ ਹੋ ਜਾਂਦੇ ਨੇ। ਇਹ ਸਾਖਸ਼ਾਤ ਸਿੱਧ ਹੈ ਕਿ ਇਕਾਗਰਤਾ ਦੇ ਨਾਲ ਕੀਤਾ ਹੋਇਆ ਮਨੁੱਖ ਦਾ ਫੁਰਨਾ ਵੀ ਸਿੱਧ ਹੋ ਜਾਂਦਾ। ਤੇ ਜੇ ਇੱਕ ਮਨੁੱਖ ਦੀ ਇਕਾਗਰ ਸ਼ਕਤੀ ਇੰਨਾ ਕੰਮ ਕਰ ਸਕਦੀ ਹੈ ਤੇ ਉਹ ਤਾਂ ਅਕਾਲ ਪੁਰਖ ਕਈ ਸ਼ਕਤੀਆਂ ਦਾ ਮਾਲਕ, ਖੰਡਾ ਬ੍ਰਹਮੰਡਾਂ ਦਾ ਮਾਲਕ ਹੈ। ਉਹ ਜਦੋਂ ਅਫੁਰ ਤੋਂ ਫੁਰ ਅਵਸਥਾ ਵਿੱਚ ਹੋਇਆ ਤੇ ਉਹਨੇ ਸਾਰੀ ਸ੍ਰਿਸ਼ਟੀ ਬ੍ਰਹਮੰਡਾਂ ਦੇ ਬ੍ਰਹਮੰਡ ਥਾਪ ਦਿੱਤੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਨੰਨ ਸਿੱਖ ਭਾਈ ਗੁਰਦਾਸ ਨੇ ਤਾਂ ਇੱਕ ਥਾਂ ਤੇ ਬਚਨ ਲਿਖੇ ਨੇ ਕਿ ਇੱਕ ਇੱਕ ਪਰਮਾਤਮਾ ਦੇ ਰੋਮ ਵਿੱਚ ਸਮਝੋ ਹਜ਼ਾਰਾਂ ਹਜ਼ਾਰਾਂ ਬ੍ਰਹਮੰਡ ਛੁਪੇ ਹੋਏ ਨੇ, ਕਈ ਕਈ ਅਵਤਾਰ ਛੁਪੇ ਹੋਏ ਨੇ। ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦੀ ਸਮਰੱਥਾ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ। ਬਸ ਜਿਤਨਾ ਕੁ ਮਨੁੱਖ ਕਹਿੰਦਾ ਹੈ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਬਸ ਉਸੇ ਢੰਗ ਨਾਲ ਵੱਖੋ ਵੱਖਰੇ ਢੰਗ ਨਾਲ ਮਨੁੱਖ ਬਿਆਨ ਕਰਦਾ ਹੈ। ਕਿਸੇ ਨੇ ਕਿਸੇ ਰੂਪ ਵਿੱਚ ਬਿਆਨ ਕੀਤਾ, ਕਿਸੇ ਨੇ ਕਿਸੇ, ਪਰ ਅਖੀਰ ਮੁੱਕ ਦੀ ਗੱਲ ਇੱਕ ਤੇ ਹੀ ਹੈ। ਅਸੀਂ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਬਚਨ ਪੜ੍ਹਦੇ ਆ ਨਾ, 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਗੁਰੂ ਸਾਹਿਬ ਕਹਿੰਦੇ 6 ਘਰ 6 ਸ਼ਾਸਤਰਾਂ ਨੂੰ ਰਚਣ ਵਾਲੇ, ਜਿਨ੍ਹਾਂ 6 ਸ਼ਾਸਤਰ ਰਚੇ ਉਹ ਕਰਤਾ 6 ਸਨ, ਬੜੇ ਵੱਡੇ ਵੱਡੇ ਗਿਆਨੀ ਸਨ। ਵੱਖੋ ਵੱਖਰਾ ਉਹਨਾਂ ਨੇ ਸਿਧਾਂਤ ਘੜਿਆ, ਸਭ ਦਾ ਮੈਥਡ ਵੱਖੋ ਵੱਖਰਾ ਹੈ, ਸਭ ਦੀ ਆਪੋ ਆਪਣੀ ਫਿਲਾਸਫੀ ਹੈ, ਸਭ ਦਾ ਆਪੋ ਆਪਣਾ ਮਾਰਗ ਹੈ। ਪਰ ਅੰਤ ਜਿਹੜਾ ਹੈ, ਅਖੀਰ ਜਿਹੜੀ ਉਹਨਾਂ ਦੀ ਵੇਦੇਤੀ ਹੁੰਦੀ ਹੈ ਕਿ ਉਹਦਾ ਭੇਦ ਨਹੀਂ ਪਾਇਆ ਜਾ ਸਕਦਾ, ਉਸ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿੰਨਾ ਮਰਜੀ ਕੋਈ ਸਮਝਣ ਹਿੱਤ ਕਹਿ ਲਏ, ਪਰ ਅਖੀਰ ਨਾ ਇਤੀ ਨਾ ਇਤੀ ਇਹ ਸ਼ਬਦ ਹੀ ਵਰਤਨੇ ਪੈਣਗੇ, ਜੋ ਸ਼ਾਸਤਰਾਂ ਵਿੱਚ ਵੇਦਾਂ ਵਿੱਚ ਵਰਤੇ ਗਏ ਵੀ ਉਹਦਾ ਕੋਈ ਅੰਤ ਨਹੀਂ। ਉਹ ਬਣਾਉਣ ਵਾਲਾ ਸਾਨੂੰ ਹੈ ਤੇ ਕਰਤੇ ਦੀ ਅਸੀਂ ਕਿਰਤਾਂ, ਤੇ ਕਿਰਤ ਕਦੀ ਵੀ ਕਰਤਾਰ ਦਾ ਅੰਤ ਨਹੀਂ ਪਾ ਸਕਦੀ। ਜਾਣ ਸਕਦੀ ਪ੍ਰੇਮ ਵਿੱਚ, ਮਾਣ ਸਕਦੀ ਉਹਦੇ ਆਨੰਦ ਨੂੰ, ਪਰ ਉਹਨੂੰ ਕਵੇ ਵੀ ਮੈਂ ਇੱਕ ਬੂੰਦ ਕਹੇ ਮੈਂ ਸਾਗਰ ਦਾ ਅੰਤ ਪਾ ਲਵਾਂ, ਇਹ ਕਦੀ ਹੋ ਨਹੀਂ ਸਕਦਾ। ਸਾਗਰ ਦਾ ਰੂਪ ਹੋ ਸਕਦੀ ਹੈ, ਸਾਗਰ ਵਿੱਚ ਸਮਾ ਸਕਦੀ ਹੈ, ਪਰ ਇਕੱਲੀ ਬੂੰਦ ਇਹ ਕਹੇ ਵੀ ਮੈਂ ਸਾਗਰ ਦੀ ਜਾਣਕਾਰੀ ਦੇ ਦਿਆਂਗੀ, ਤੇ ਇਹ ਅਣਗਹਿਲੀ ਹੈ, ਇਆਣਪੁਣਾ ਹੈ, ਅਣਜਾਣਤਾ ਹੈ, ਹਉਮੈ ਹੈ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਮਾਲਕ ਨੇ ਸਾਰਾ ਕੁਝ ਪੈਦਾ ਕੀਤਾ, ਕਦੋਂ ਕੀਤਾ, ਕਿੱਥੇ ਕੀਤਾ, ਕਿਵੇਂ ਕੀਤਾ, ਇਹ ਇੱਕ ਵੱਖਰਾ ਵਿਸ਼ਾ ਹੈ। ਇਹਦੇ ਬਾਬਤ ਤਾਂ ਦੱਸਿਆ ਹੀ ਨਹੀਂ ਜਾ ਸਕਦਾ ਨਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਵੀ ਬੜੇ ਬੜੇ ਲੋਕਾਂ ਨੇ ਯਤਨ ਕੀਤਾ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੈ। ਬਸ ਗੱਲ ਮੁਕਾ ਦਿੱਤੀ ਕਿ ਜਿਨਨੇ ਬਣਾਈ ਹੈ ਉਹੀ ਜਾਣਦਾ ਹੈ। ਦੂਜਾ ਭਾਵੇਂ ਕਈ ਕਈ ਕਾਦੀ, ਕਈ ਕਈ ਪੰਡਿਤ ਬ੍ਰਾਹਮਣ, ਵੱਡੇ ਵੱਡੇ ਵਿਦਵਾਨ ਖੋਜ ਖੋਜ ਕੇ ਹਾਰ ਗਏ, ਅੰਤ ਪਾ ਪਾ ਕੇ ਇਸ ਜਗਤ ਸੰਸਾਰ ਤੋਂ ਚਲੇ ਗਏ, ਪਰ ਉਹਦਾ ਕੋਈ ਅੰਤ ਪਾ ਨਹੀਂ ਸਕਿਆ। ਆਦ ਅੰਤ ਏਕੈ ਅਵਤਾਰਾ, ਅਵਿਰਤ ਰੂਪ ਵਿੱਚ ਉਹ ਪਰਮਾਤਮਾ ਆਪ ਹੀ ਹੈ। ਆਦ ਵੀ ਹੈ, ਆਦ ਦਾ ਅਰਥ ਹੈ ਆਰੰਭ, ਜਦੋਂ ਤੁਰਿਆ, ਆਰੰਭ ਤੋਂ ਪਹਿਲਾਂ ਕੁਝ ਨਹੀਂ, ਸਾਡੇ ਲਈ ਕੁਝ ਨਹੀਂ ਆਰੰਭ ਤੋਂ ਪਹਿਲਾਂ, ਕਿਉਂਕਿ ਅਸੀਂ ਜਿੱਥੋਂ ਆਰੰਭ ਕਰਨਾ ਉੱਥੇ ਗੱਲ ਸ਼ੁਰੂ ਹੋਣੀ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਧੰਨ ਗੁਰੂ ਨਾਨਕ ਦੇਵ ਜੀ ਨੇ ਇੱਕ ਫਕੀਰ ਮਿਲਿਆ ਸੀ, ਤਾਂ ਉਹਨੇ ਵੀ ਇਹ ਸਵਾਲ ਕੀਤਾ ਸੀ ਵੀ ਰੱਬ ਤੋਂ ਪਹਿਲਾਂ ਕੀ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਤੁਸੀਂ ਗਿਣਤੀ ਗਿਣੋ। ਉਹ ਗਿਣਤੀ ਗਿਣਨ ਲੱਗਾ, ਅਵਲ ਦੋਮ ਤੇ, ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ 8-10 ਤੱਕ ਗਿਆ ਤੇ ਰੋਕ ਲਿਆ ਵੀ ਤੂੰ ਗਲਤ ਗਿਣ ਰਿਹਾ।
ਉਹਨੇ ਦੁਬਾਰਾ ਫਿਰ ਸ਼ੁਰੂ ਕੀਤੀ, 1 2 3 ਕਹਿ ਲਈਏ, ਤਾਂ ਫਿਰ ਗੁਰੂ ਸਾਹਿਬ ਜੀ ਨੇ ਰੋਕ ਦਿੱਤਾ ਵੀ ਤੂੰ ਗਲਤ ਹੈ। ਤਾਂ ਫਕੀਰ ਕਹਿਣ ਲੱਗਾ ਵੀ ਪੀਰ ਜੀ ਮਹਾਤਮਾ ਜੀ, ਜਿੱਥੇ ਮੈਂ ਗਲਤ ਹੋਇਆ ਉੱਥੇ ਹੀ ਰੋਕ ਲਿਆ ਜੀ। ਉਹਨੇ ਕਿਹਾ 1, ਤੇ ਗੁਰੂ ਸਾਹਿਬ ਕਹਿੰਦੇ ਅਵਲ ਤੇ ਹੀ ਰੁਕ ਜਾ, ਅਵਲ ਨਾਮ ਇੱਕ ਦਾ ਹੈ। ਅਵਲ ਉਹਨੇ ਕਿਹਾ, ਗੁਰੂ ਸਾਹਿਬ ਕਹਿੰਦੇ ਰੁਕ ਜਾ। ਕਹਿਣ ਲੱਗਾ ਵੀ ਕੈਸੀ ਵਾਰਤਾ ਕਰ ਦਿਓ, ਜੇ ਤੇ ਮੈਂ ਅਵਲ ਕਿਹਾ ਹੈ, ਇਦੋਂ ਪਹਿਲਾਂ ਤੇ ਕੁਝ ਨਹੀਂ, ਸਭ ਕੁਝ ਸ਼ੂਨਿਆ ਹੈ, ਸਭ ਕੁਝ ਜ਼ੀਰੋ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜੇ ਤੇਰੀ ਬਣਾਈ ਹੋਈ ਗਿਣਤੀ ਅਵਲ ਤੋਂ ਸ਼ੁਰੂ ਹੁੰਦੀ ਹੈ, ਉਦੋਂ ਪਹਿਲਾਂ ਕੁਝ ਨਹੀਂ, ਤਾਂ ਉਹ ਮਾਲਕ ਪਰਮਾਤਮਾ ਸ੍ਰਿਸ਼ਟੀ ਦਾ ਆਦ ਤੋਂ ਸ਼ੁਰੂ ਹੁੰਦਾ ਹੈ ਜਗਤ ਸੰਸਾਰ। ਜਦੋਂ ਆਦ ਹੋਇਆ, ਮੁੱਢ ਵੱਜਿਆ ਸੰਸਾਰ ਦਾ, ਉਦੋਂ ਹੀ ਸਮੇਂ ਦਾ ਮੁੱਢ ਵੱਜਿਆ, ਉਦੋਂ ਪਹਿਲਾਂ ਕੁਝ ਨਹੀਂ ਸੀ। ਉਹ ਆਪ ਸੁੰਨ ਰੂਪ ਵਿੱਚ ਬੈਠਾ ਹੋਇਆ ਸੀ, ਆਪ ਅਫੁਰ ਅਵਸਥਾ ਵਿੱਚ ਬੈਠਾ ਹੀ। ਇਹਦਾ ਮਤਲਬ ਇਹ ਨਹੀਂ ਵੀ ਉਹ ਹੈ ਨਹੀਂ ਸੀ, ਉਹ ਹੈ ਪਰ ਅਫੁਰ ਹੈ। ਜਦੋਂ ਸ੍ਰਿਸ਼ਟੀ ਹੋਂਦ ਵਿੱਚ ਆਈ, ਫਿਰ ਉਹਦੇ ਤੋਂ ਸਾਰਾ ਜਗਤ ਬਣਿਆ। ਆਦ ਵੇਲੇ ਉਹ ਆਪ ਹੈ। ਆਦ ਸੱਚ, ਜੁਗਾਦ ਸੱਚ, ਫਿਰ ਜੁਗ ਬਣੇ। ਯੁੱਗ ਵੀ ਬਹੁਤ ਬਾਅਦ ਵਿੱਚੋਂ ਬਣੇ। ਜਦੋਂ ਮਨੁੱਖ ਨੂੰ ਸਮੇਂ ਦੀ ਸਮਝ ਆਈ, ਉਹਨੇ ਉਹਨੂੰ ਵੰਡਿਆ। ਅੱਜ ਵੀ ਵੰਡੇ, ਸਮਾਂ ਵੀ ਵਾਰ-ਵਾਰ ਵੰਡਿਆ ਜਾ ਰਿਹਾ। ਅੱਜ ਜਿਹੜੀ ਅਸੀਂ ਸਮੇਂ ਦੀ ਵੰਡ ਕਰਦੇ ਹਾਂ, ਕੁਝ ਸਾਲ ਪਿੱਛੇ ਚਲੇ ਜਾਈਏ, ਕੁਝ ਸਦੀਆਂ ਪਿੱਛੇ ਚਲੇ ਜਾਈਏ, ਸਾਡਾ ਇਹ ਸਮਾਂ ਥੋੜ੍ਹਾ ਵੀ ਅਸੀਂ ਕਹੀਏ ਵੀ ਆਹ ਸਮਾਂ ਸੀ। ਜਿਵੇਂ ਅਸੀਂ ਟਾਈਮ 'ਤੇ ਚੱਲਦੇ ਹਾਂ, ਘੰਟਿਆਂ ਨਾਲ, ਮਿੰਟਾਂ ਨਾਲ, ਸੈਕਿੰਡਾਂ ਨਾਲ, ਸਾਲਾਂ ਨਾਲ। ਪਹਿਲਾਂ ਐਸਾ ਨਹੀਂ ਸੀ। ਪਹਿਲਾਂ ਘੜੀਆਂ, ਪਲ, ਥਿੱਤ, ਵਾਰ, ਮਹੀਨੇ, ਰੁੱਤਾਂ ਤੇ ਯੁਗਾਂ ਦੇ ਆਧਾਰ 'ਤੇ ਸਮਾਂ ਚੱਲਦਾ ਸੀ। ਫਿਰ ਹੋਰ ਸਮਾਂ ਦੀ ਵੰਡ ਹੋ ਗਈ, ਅੱਜ ਹੋਰ ਤਰ੍ਹਾਂ ਦੀ ਹੈ, ਤੇ ਫਿਰ ਹੋਰ ਵੀ ਅੱਗੇ ਹੋਰ ਤਰ੍ਹਾਂ ਦੀ ਹੋ ਜਾਏ। ਜਿਵੇਂ ਜਿਵੇਂ ਵੀ ਇਹ ਸੰਸਾਰ ਦੀ ਪੈਦਾਇਸ਼ ਜਾਂ ਸੰਸਾਰ ਵਿੱਚ ਪਰਿਵਰਤਨ ਆਉਂਦਾ ਜਾਂਦਾ ਹੈ, ਉਹਦੇ ਜੀਵਾਂ ਵਿੱਚ ਵੀ ਆਪਣੇ ਜਿਉਣ ਦੇ ਢੰਗ ਦੇ ਵਿੱਚ ਪਰਿਵਰਤਨ ਆਉਂਦਾ ਜਾਂਦਾ ਹੈ। ਉਹਨਾਂ ਦੇ ਖਾਣੇ ਵਿੱਚ, ਉਹਨਾਂ ਦੇ ਬੋਲਣ ਵਿੱਚ, ਉਹਨਾਂ ਦੇ ਰਹਿਣ ਵਿੱਚ, ਤੇ ਉਹਨਾਂ ਦੇ ਕਾਲ ਪ੍ਰਮਾਣ ਦੇ ਵਿੱਚ ਵੀ ਭਿੰਨਤਾ ਹੈ, ਵਖਰੇਵਾਂ ਹੈ। ਸੋ ਗੁਰੂ ਸਾਹਿਬ ਕਹਿੰਦੇ ਪਰ ਇੰਨਾ ਹੈ, ਜਿਹੜਾ ਮਰਜ਼ੀ ਸਮਾਂ ਚੱਲ ਪਵੇ, ਅੱਜ ਘੰਟਿਆਂ ਦੇ ਨਾਮ ਨਾਲ ਚੱਲਦਾ, ਉਸ ਵਕਤ ਘੜੀਆਂ ਦੇ ਪਹਿਰਾਂ ਦੇ ਰੂਪ ਵਿੱਚ ਚੱਲਦਾ ਸੀ, ਪਰ ਹੈ ਆਦ ਵਿੱਚ ਉਹ ਪਰਮਾਤਮਾ ਆਪ ਹੀ। ਆਦ, ਅੰਤ, ਅਖੀਰ ਵੀ ਜਦੋਂ ਹੋਏਗਾ, ਉਦੋਂ ਬਾਅਦ ਵੀ ਕੁਝ ਨਹੀਂ ਰਹਿਣਾ। ਜਦੋਂ ਪ੍ਰਲੈ ਆ ਜਾਏਗੀ, ਉਦੋਂ ਵੀ ਇੱਕ ਪਰਮਾਤਮਾ ਹੀ ਰਹੇਗਾ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਸ ਨੇ ਇਹ ਸ੍ਰਿਸ਼ਟੀ ਬਣਾਈ ਹੈ, ਉਹ ਪਰਮਾਤਮਾ ਵਾਹਿਗੁਰੂ ਕਦੀ ਨਹੀਂ ਮਿਟ ਸਕਦਾ, ਕਦੀ ਨਹੀਂ ਬਿਨਸ ਸਕਦਾ। ਇਹ ਸ੍ਰਿਸ਼ਟੀ ਜਿਹੜੀ ਉਹਦੀ ਪੈਦਾਇਸ਼, ਉਹਦੀ ਰਚਨਾ ਹੈ, ਰਚਨਾ ਉਹਦੀ ਆਪਣੀ ਮੌਜ ਹੈ। ਚੌਪਈ ਸਾਹਿਬ ਦੇ ਅੰਦਰ ਹੀ ਆਪਾਂ ਅੱਗੇ ਪੜਾਂਗੇ ਕਿ ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇਹ ਧਰ ਸਬੂ। ਕਿ ਇਹ ਪਰਮਾਤਮਾ ਤੇਰੀ ਖੇਡ ਹੈ, ਜਿੰਨਾ ਚਿਰ ਤੂੰ ਇਹਨਾਂ ਨੂੰ ਖਿਡਾ ਰਿਹਾ, ਇਹ ਪਿਆਦੇ ਖੇਡੀ ਜਾ ਰਹੇ ਨੇ। ਜਦੋਂ ਤੇਰੀ ਕਿਰਪਾ ਹੋਏਗੀ, ਤੇਰੀ ਸ਼ਕਤੀ ਨਾਲ ਇਹ ਪਸਰਦਾ ਹੈ, ਇਹ ਫੈਲਦਾ ਹੈ ਸੰਸਾਰ, ਤੇ ਤੇਰੀ ਆਕਰਖਣ ਸ਼ਕਤੀ ਦੇ ਨਾਲ ਇਹ ਸੁੰਗੜ ਜਾਂਦਾ ਸੰਸਾਰ। ਘਟ ਰਿਹਾ ਹਰ ਕੁਝ। ਕੱਲਾ ਮਨੁੱਖ ਇਹ ਨਾ ਸਮਝੇ ਵੀ ਮੇਰੀ ਔਦ ਘਟ ਰਹੀ ਹੈ, ਮੈਂ ਮਰ ਰਿਹਾ। ਗੁਰੂ ਸਾਹਿਬ ਨੇ ਕਿਹਾ ਨਹੀਂ, ਦਿਨ ਰਵ ਚੱਲੈ, ਨਿਸ ਸੱਸ ਚੱਲੈ, ਤਾਰ ਕਾ ਲੱਖ ਪਲੋਏ। ਦਿਨ ਘਟ ਰਹੇ ਨੇ, ਰਾਤਾਂ ਘਟ ਰਹੀਆਂ, ਸੂਰਜ ਘਟ ਰਿਹਾ, ਚੰਦਰਮਾ ਘਟ ਰਿਹਾ, ਧਰਤੀ ਘਟ ਰਹੀ ਹੈ, ਤਾਰੇ ਘਟ ਰਹੇ ਨੇ। ਤਾਰ ਕਾ ਲੱਖ, ਸਭ ਦੀ ਔਦ ਹੈ। ਇਹ ਵੱਖਰੀ ਗੱਲ ਹੈ ਕਿ ਸਾਡੀ ਸਾਲਾਂ 'ਚ ਹੈ, ਉਹਨਾਂ ਦੀ ਹਜ਼ਾਰਾਂ ਸਾਲਾਂ 'ਚ। ਇਸ ਕਰਕੇ ਸਾਨੂੰ ਲੱਗਦਾ ਹੈ ਕਿ ਉਹਨਾਂ ਦੀ ਕਦੀ ਮੌਤ ਨਹੀਂ ਹੋਣੀ, ਉਹਨਾਂ ਕਦੀ ਨਹੀਂ ਮਰਨਾ। ਪਰ ਨਹੀਂ, ਗੁਰੂ ਸਾਹਿਬ ਕਹਿੰਦੇ ਹਰ ਚੀਜ਼ ਕਾਲ ਦੇ ਅਧੀਨ ਹੈ, ਹਰ ਚੀਜ਼ ਮੌਤ ਦੇ ਅਧੀਨ ਹੈ। ਘਟ ਰਿਹਾ ਸਭ ਕੁਝ, ਆਹਿਸਤਾ ਆਹਿਸਤਾ, ਛਿਨ ਛਿਨ ਕਰਕੇ ਸਭ ਕੁਝ ਘਟ ਰਿਹਾ। ਸੋਈ ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਤ ਦੇ ਵਿੱਚ ਕਹਿਣਾ ਕੀ ਚਾਹੁੰਦੇ ਨੇ? ਇਸ ਚੌਪਈ ਦੇ ਇਸ ਪਦੇ ਦੇ ਅੰਦਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਜੀ ਕਹਿੰਦੇ ਕਿ ਇਹ ਸੰਸਾਰ ਜਗਤ ਜਿਹੜੀ ਹੈ ਨਾ, ਉਸ ਵਾਹਿਗੁਰੂ ਅਕਾਲ ਪੁਰਖ ਦੀ ਕਿਰਤ ਹੈ। ਤੇ ਜੇ ਬੰਦਾ ਕਹੇ ਵੀ ਮੈਂ ਕਿਸੇ ਕਿਰਤ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਵਾਂ, ਤੇ ਇਹ ਕਿਰਤ ਤਾਂ ਮਿਟ ਜਾਏਗੀ। ਤੇਰੇ ਤੋਂ ਬਾਅਦ ਮਿਟ ਜਾਏ, ਤੇਰੇ ਤੋਂ ਪਹਿਲਾਂ ਮਿਟ ਜਾਏ, ਹੁਣ ਤੇਰੇ ਤੋਂ ਵੱਡੀ, ਤੇਰੇ ਤੋਂ ਚੰਗੀ ਤੈਨੂੰ ਲੱਗ ਸਕਦੀ ਹੈ, ਪਰ ਇਹ ਕਰਤੇ ਦੀ ਕਿਰਤ ਹੈ। ਭਾਵੇਂ ਕਿਸੇ ਦੇਵੀ ਨੂੰ ਪੂਜ ਲੈ, ਦੇਵਤੇ ਨੂੰ ਪੂਜ ਲੈ, ਨਬੀ ਨੂੰ ਪੂਜ ਲੈ, ਅਵਤਾਰ ਨੂੰ ਪੂਜ ਲੈ, ਸਭ ਉਸ ਕਾਲ ਦੇ ਅਧੀਨ ਹੀ ਨੇ। ਜੇ ਇਹਨਾਂ ਨੂੰ ਪੂਜੇਗਾ, ਇਹਨਾਂ ਦੀ ਮੌਤ ਹੈ, ਇਹ ਵੀ ਤੇਰੇ ਵਾਂਗੂ ਸਮੇਂ ਵਿੱਚ ਹੈ।
ਕਿਹਨੂੰ ਪੂਜਣਾ ਚਾਹੀਦਾ ਹੈ, ਕਿਹਦੀ ਕੀਰਤੀ ਕਰਨੀ ਚਾਹੀਦੀ ਹੈ। ਬਿਨ ਕਰਤਾਰ ਨ ਕਿਰਤਮ ਮਾਨੋ, ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਜਿਹੜਾ ਸਭ ਦਾ ਕਰਤਾ ਹੈ, ਗੁਰੂ ਸਾਹਿਬ ਕਹਿੰਦੇ ਮੈਂ ਉਸ ਨੂੰ ਆਪਣਾ ਗੁਰੂ ਬਣਾਇਆ। ਆਦ ਅੰਤ ਏਕੈ ਅਵਤਾਰਾ, ਜਿਹੜਾ ਸਦਾ ਹੀ ਉਤਰਦਾ ਰਿਹਾ, ਅਵਤਾਰਾ ਦਾ ਅਰਥ ਹੈ ਆਉਣਾ, ਉਹੀ ਆ ਰਿਹਾ ਸ੍ਰਿਸ਼ਟੀ ਦੇ ਅੰਦਰ ਸਮਾਂ ਪਾ ਪਾ ਕਰਕੇ ਯੁੱਗਾਂ ਦੇ ਵਿੱਚ। ਸੋਈ ਗੁਰੂ ਸਮਝਿਓ ਹਮਾਰਾ, ਮੈਂ ਆਪਣਾ ਗੁਰੂ ਉਸੇ ਨੂੰ ਬਣਾਇਆ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਇੱਕ ਓੰਕਾਰ ਕਿਹਾ, ਜਿਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਥਮ ਭਗਉਤੀ ਸਿਮਰ ਕਹਿ ਕਿਹਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਜੂ ਹੈ, ਆਪੂ ਹੈ, ਆਲੇਖ ਹੈ, ਆਪੇਖ ਹੈ ਕਿਹਾ ਹੈ। ਐਸੇ ਗੁਰੂ ਦੀ ਹੀ ਵਾਰਤਾ ਗੁਰੂ ਸਾਹਿਬ ਜੀ ਨੇ ਅੱਜ ਇਸ ਪਦੇ ਵਿੱਚ ਕੀਤੀ ਹੈ ਕਿ ਇਹ ਜਗਤ ਉਸ ਮਾਲਕ ਦੀ ਕਿਰਤ ਹੈ। ਇਸ ਕਰਕੇ ਕੋਈ ਸਾਡੀ ਨਜ਼ਰ ਵਿੱਚ ਉੱਚਾ ਨੀਵਾਂ ਵੱਡਾ ਛੋਟਾ ਨਹੀਂ ਹੋਣਾ ਚਾਹੀਦਾ। ਇਹ ਕਿਰਤ ਹੈ ਉਸ ਪਰਮਾਤਮਾ ਨੇ। ਜੇ ਕੋਈ ਬੁਰਾ ਬਣਾਇਆ ਉਹ ਆਪਣੇ ਭਾਗਾਂ ਦਾ, ਭਲਾ ਬਣਾਇਆ ਉਹ ਆਪਣੇ ਭਾਗਾਂ ਦਾ। ਇਹ ਸਾਰੇ ਜੀਵ, ਸਾਰਾ ਬ੍ਰਹਿਮੰਡ, ਇੱਕ ਕਿਣਕੇ ਤੋਂ ਲੈ ਕੇ ਵੱਡੇ ਪਹਾੜ ਤੱਕ ਉਸ ਮਾਲਕ ਦੀ ਕਿਰਤ ਹੈ ਤੇ ਉਹ ਮਾਲਕ ਆਪ ਆਪਣੀ ਕਿਰਤ ਵਿੱਚ ਬੈਠਾ ਹੋਇਆ ਹੈ। ਇਸ ਕਰਕੇ ਹਰ ਕਣ ਕਣ ਨੂੰ ਉਸ ਪਰਮੇਸ਼ਵਰ ਦਾ ਰੂਪ ਜਾਣਨਾ ਚਾਹੀਦਾ ਹੈ। ਪਰ ਸਭ ਦੇ ਵਿੱਚ ਉਹ ਪਰਮਾਤਮਾ ਹੀ, ਪਰਮੇਸ਼ਵਰ ਵੀ ਵਿਆਪਕ ਹੈ, ਵਿਦਿਆਮਾਨ ਹੈ। ਗੁਰੂ ਸਾਹਿਬ ਕਹਿੰਦੇ ਮੈਂ ਉਸੇ ਨੂੰ ਆਪਣਾ ਇਸ਼ਟ, ਉਸੇ ਨੂੰ ਆਪਣਾ ਮਾਲਕ ਮੰਨਿਆ। ਤੇ ਜਿਹਨੂੰ ਇਹ ਸਮਝ ਪੈ ਗਈ ਫਿਰ ਉਹਨੂੰ ਸੰਸਾਰ ਜਗਤ ਵਿੱਚ ਕੋਈ ਪੀੜਾ ਨਹੀਂ, ਕੋਈ ਦੁੱਖ ਨਹੀਂ, ਕੋਈ ਸੰਤਾਪ ਨਹੀਂ, ਕੋਈ ਚਿੰਤਾ, ਕੋਈ ਝੋਰਾ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਇਸ ਪਦੇ ਵਿੱਚ ਇਹੀ ਰਹਿਮਤ ਕਿਰਪਾਲਤਾ ਕੀਤੀ ਹੈ। ਗੁਰੂ ਕਿਰਪਾ ਕਰੇ। ਸਤਿਗੁਰਾਂ ਦੇ ਪਾਵਨ ਸ਼ਬਦ ਦੀ ਵਿਚਾਰ ਕਰਦੇ ਹਾਂ। ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ਣਯੋਗ ਨੇ ਬਖਸ਼ ਲੈਣਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ, ਭੁੱਲਾਂ ਚੁੱਕਾਂ ਨਾ ਚਿਤਾਰਦੇ। ਪਿਆਰ ਸਤ ਫਤਿਹ ਗਜਾਓ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।